गुड इवनिंग एवरीवन। मेरा नाम जतिन बंसल है। ਅੱਜ मैं कंप्यूटर मैमरी ਦਾ ਪਾਰਟ ਸੈਕਿੰਡ ਲੈ ਕੇ ਆਇਆ। ਫਸਟ ਪਾਰਟ ਦੇ ਵਿੱਚ ਆਪਾਂ ਨੇ ਥਿਊਰੀ ਪਾਰਟ ਕੀਤਾ ਸੀਗਾ ਤੇ 20 ਆਪਾਂ ਨੇ MCQ ਡਿਸਕਸ ਕੀਤੇ ਸੀਗੇ। ਇਸ ਦੇ ਵਿੱਚ ਆਪਾਂ 50 ਕੁਐਸਚਨ MCQ ਡਿਸਕਸ ਕਰਾਂਗੇ ਜਿਹੜੇ ਕਿ ਤੁਹਾਡੇ ਐਗਜ਼ਾਮ ਦੇ ਪਰਪਸ ਲਈ ਬਹੁਤ ਇੰਪੋਰਟੈਂਟ ਹੈ। ਆਪਣੇ ਆਉਣ ਵਾਲੇ ਐਗਜ਼ਾਮ ਜਿਵੇਂ ਪਟਵਾਰੀ ਦਾ ਐਗਜ਼ਾਮ ਹੈ ਉਸ ਦੇ ਵਿੱਚ 15 ਮਾਰਕਸ ਦਾ ਕੰਪਿਊਟਰ ਨੇ ਆਉਣਾ ਹੈ। ਤਾਂ ਦੈਟਸ ਵਾਈ ਆਪਣੇ ਕੰਪਿਊਟਰ ਦੀ ਪ੍ਰਿਪਰੇਸ਼ਨ ਬਹੁਤ ਅੱਛੇ ਤਰੀਕੇ ਨਾਲ ਕਰਿਆ ਕਰੋ ਬੇਟਾ। ਮੈਂ ਇੱਕ ਹੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਲੈ ਕੇ ਆਉਣਾ ਵੀਡੀਓ ਦੇ ਵਿੱਚ ਵੀ ਤਾਂ ਜੋ ਤੁਸੀਂ ਆਉਣ ਵਾਲੇ ਪਟਵਾਰੀ ਦੇ ਐਗਜ਼ਾਮ ਦੇ ਵਿੱਚ 15 ਆਊਟ ਆਫ 15 ਮਾਰਕਸ ਲੈ ਸਕੋਗੇ। ਠੀਕ ਹੈ, ਤਾਂ ਅੱਜ ਦਾ ਪਾਰਟ ਆਪਾਂ ਆਪਣਾ ਸਟਾਰਟ ਕਰਦੇ ਹਾਂ। ਤਾਂ 21st ਕੁਐਸਚਨ ਦੇਖਦੇ ਹਾਂ ਆਪਾਂ। a collection of 8 binary digits 0 or 1 in a string format is known as। ਤਾਂ you know very well ਜਦੋਂ 8 ਬਾਈਨਰੀ ਡਿਜਿਟ 0 ਤੇ 1 ਦੇ ਵਿੱਚ ਮੀਟ ਕੀਤੇ ਹੋਣ ਤਾਂ ਉਸ ਨੂੰ ਆਪਾਂ ਬਾਈਟ ਬੋਲਦੇ ਆ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਤਾਂ ਜਿਵੇਂ ਬੇਟਾ ਆਪਾਂ ਬੋਲਦੇ ਆ ਇਸ ਤਰੀਕੇ ਨਾਲ ਹੈ ਨਾ। ਤਾਂ ਇਹ ਆਪਣੇ ਕੋਲ 8 ਬਿਟਸ ਹੋ ਗਿਆ। ਤਾਂ 8 ਬਿਟਸ ਨੂੰ ਆਪਾਂ ਕੀ ਬੋਲਦੇ ਹੈਗੇ ਆ, ਬਾਈਟ ਬੋਲਦੇ ਆ। ठीक है बेटा। तो नेक्स्ट क्वेश्चन देखो 22nd। हार्ड डिस्क ड्राइव्स आर कंसीडर्ड डैश स्टोरेज। देखो हार्ड डिस्क तुसी आम एक टर्म यूज़ करते रहने हो कंप्यूटर दे विच भी अपने कंप्यूटर की हार्ड डिस्क हैगी एक। तो ना जिहड़ा कंटेंट हार्ड डिस्क दे विच चला जावे ਉਹ ਇੱਕ ਪਰਮਾਨੈਂਟ ਸਟੋਰੇਜ ਹੋ ਜਾਂਦੀ ਹੈ। ਤਾਂ ਜਿੰਨੀ ਮਰਜ਼ੀ ਜਿਹੜੀ ਪਾਵਰ ਹੈ ਉਹ ਲਾਈਟ ਆਫ ਹੋ ਜਾਵੇ ਤਾਂ ਉਹ ਵਾਲਾ ਡਾਟਾ ਡਿਲੀਟ ਨਹੀਂ ਹੁੰਦਾ। ਜਿਵੇਂ ਕਿ ਆਪਣਾ ਸਾਰਾ ਡਾਟਾ ਬੇਟਾ ਜੋ ਵੀ ਤੁਸੀਂ ਵੀਡੀਓ ਜਾਂ ਆਪਣੇ ਇਮੇਜਿਸ ਤੁਸੀਂ ਨੇ ਡਾਊਨਲੋਡ ਕੀਤੀਆਂ ਹੋਈਆਂ ਨੇ, ਬਣਾਈਆਂ ਹੋਈਆਂ ਨੇ ਫਾਈਲਸ, ਉਹ ਬਾਈ ਡਿਫਾਲਟ ਸਾਰਾ ਕੁਝ ਹਾਰਡ ਡਿਸਕ ਦੇ ਵਿੱਚ ਪਿਆ ਹੁੰਦਾ ਜਦੋਂ ਤੁਸੀਂ ਕੋਈ ਫਾਈਲ ਸਰਚ ਕਰਦੇ ਹੋ। ਤਾਂ ਹਾਰਡ ਡਿਸਕ ਦਾ ਜਿਹੜਾ ਡਾਟਾ ਹੁੰਦਾ ਉਹ ਨੋਨ ਵੋਲਾਟਾਈਲ ਇਨ ਨੇਚਰ ਹੁੰਦਾ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ क्योंकि ये वाला डाटा कदे भी खत्म नहीं हुंदा जदों तक आप ये वाला डाटा खत्म ना करिए। ठीक है, तो नॉन वोलाटाइल नेचर का डाटा हुंदा है। नैक्सट क्वेश्चन देखो, मैमरी यूनिट इज़ अ पार्ट ऑफ। तो मैमरी यूनिट किस दा पार्ट है? तो मैमरी यूनिट बेटा CPU का ही पार्ट हैगा एक। तो CPU जिहड़ा अपना हुंदा है सेंट्रल प्रोसैसिंग यूनिट के अंदरले पासे अपना इनपुट ਜਿਹੜਾ ਪੂਰਾ ਪ੍ਰੋਪਰ ਵੇ ਨਾਲ ਇੱਕ ਬਣਾਇਆ ਹੁੰਦਾ। ਇਨਪੁਟ ਆਊਟਪੁੱਟ ਡਿਵਾਈਸ ਲੱਗਿਆ ਹੁੰਦੀਆਂ ਨੇ। CPU ਦੇ ਅੰਦਰ ALU ਲੱਗਿਆ ਹੁੰਦਾ ਤਾਂ ਮੈਮਰੀ ਯੂਨਿਟ ਵੀ ਹੁੰਦਾ। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਠੀਕ ਹੈ, ਨੈਕਸਟ 24th ਕੁਐਸਚਨ ਦੇਖੋ, ਮੈਮਰੀ ਇਜ਼ ਮੇਡ ਅਪ ਆਫ। ਤਾਂ ਕਹਿੰਦਾ ਮੈਮਰੀ ਕਿਸ ਤੋਂ ਬਣੀ ਹੁੰਦੀ ਹੈ ਬੇਸਿਕਲੀ। ਤਾਂ ਬੇਸਿਕਲੀ ਮੈਮਰੀ ਬੇਟਾ ਅਸਲ ਦੇ ਵਿੱਚ ਲਾਰਜ ਨੰਬਰ ਆਫ ਸੈਲਸ ਦੀ ਬਣੀ ਹੁੰਦੀ ਹੈ। ਤਾਂ ਇਹ ਇੱਕ ਸੈਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਡਾਟੇ ਨੂੰ ਸਟੋਰ ਕਰਦੇ ਹੈਗੇ ਆ। ਤਾਂ ਮੈਮਰੀ ਕਿਤੋਂ ਬਣੀ ਹੁੰਦੀ ਹੈ, ਲਾਰਜ ਨੰਬਰ ਆਫ ਸੈਲਸ ਤੋਂ ਬਣੀ ਹੁੰਦੀ ਹੈ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, ਮੈਮਰੀ ਇਜ਼ ਕਰੈਕਟਰਾਈਜ਼ਡ ਔਨ ਦੀ ਬੇਸਿਸ ਆਫ। ਤਾਂ ਮੈਮਰੀ ਕਹਿੰਦਾ ਕਿਸ ਦੇ ਬੇਸ 'ਤੇ ਆਪਣੀ ਕਰੈਕਟਰਾਈਜ਼ ਕੀਤੀ ਜਾਂਦੀ ਹੈ। ਤਾਂ ਅਸਲ ਦੇ ਵਿੱਚ ਅਸੈਸ ਟਾਈਮ ਦੇ ਬੇਸ 'ਤੇ ਵੀ ਕੀਤੇ ਜਾਂਦੇ ਅਤੇ ਕਪੈਸਿਟੀ ਦੇ ਬੇਸ 'ਤੇ ਵੀ ਕੀਤੇ ਜਾਂਦੇ। ਵੀ ਆਪਾਂ ਦੇਖਦੇ ਹਾਂ ਵੀ ਮੈਮਰੀ ਦੇ ਵਿੱਚ ਕਪੈਸਿਟੀ ਕਿੰਨੀ ਹੈ, ਵੀ ਇਹ ਵਾਲੀ ਮੈਮਰੀ ਕਿੰਨੀ ਕੁ ਡਾਟਾ ਸਟੋਰ ਕਰ ਸਕਦੀ ਆ, ਉਹਦੀ ਕਪੈਸਿਟੀ ਦੱਸੂਗੀ। ਤਾਂ ਇਹ ਵੀ ਇੱਕ ਕੀ ਆ ਕਰੈਕਟਰਿਸਟਿਕ ਹੈਗਾ। ਅਸੈਸ ਟਾਈਮ ਮਤਲਬ ਵੀ ਇੱਕ ਕਿੰਨੀ ਕੁ ਫਾਸਟ ਵਰਕ ਕਰ ਰਹੀ ਆ ਆਪਣੀ ਮੈਮਰੀ ਵਿੱਚ। ਜਦੋਂ ਆਪਾਂ ਕੋਈ ਮੈਮਰੀ ਵਿੱਚ ਡਾਟਾ ਸਰਚ ਕਰਦੇ ਹੈਗੇ ਆ ਤਾਂ ਉਹਨੂੰ ਕਿੰਨਾ ਕੁ ਟਾਈਮ ਲੱਗ ਰਿਹਾ, ਦੈਟ ਇਜ਼ ਦਾ ਅਸੈਸ ਟਾਈਮ। ਤਾਂ ਬੀ ਆਪਸ਼ਨ ਵੀ ਠੀਕ ਹੈ, ਸੀ ਆਪਸ਼ਨ, ਦੈਟਸ ਵਾਈ ਡੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਦੇਖੋ 26th ਕੁਐਸਚਨ। A temporary storage area attached to the CPU for input output operation is a। ਤਾਂ ਜਿਹੜਾ ਬੇਟਾ ਇੱਕ ਟੈਂਪਰਰੀ ਸਟੋਰੇਜ ਏਰੀਆ ਹੁੰਦਾ ਆਪਣਾ CPU ਦੇ ਨਾਲ ਅਟੈਚ ਕੀਤਾ ਹੁੰਦਾ। ਠੀਕ ਹੈ, ਵੀ ਤਾਂ ਜੋ ਆਪਣੇ ਇਨਪੁਟ ਆਊਟਪੁੱਟ ਆਪਰੇਸ਼ਨ ਹੋ ਸਕਣ ਤਾਂ ਉਸ ਨੂੰ ਆਪਾਂ ਬਫਰ ਬੋਲਦੇ ਆ। ਤਾਂ ਬੀ ਆਪਸ਼ਨ ਬਫਰ ਦੇ ਉੱਤੇ ਟਿਕ ਲੱਗ ਜਾਏਗਾ ਜਿਹੜਾ ਆਪਣਾ CPU ਦੇ ਨਾਲ ਕਨੈਕਟ ਹੁੰਦਾ। ਇਹ ਇੱਕ ਟੈਂਪਰਰੀ ਸਟੋਰੇਜ ਏਰੀਆ ਹੁੰਦਾ ਬਫਰ। ਠੀਕ ਹੈ, ਨੈਕਸਟ ਆਪਾਂ ਦੇਖਦੇ ਹਾਂ। The memory which is ultraviolet light erasable and electrically programmable is।
ਕਹਿੰਦਾ ਉਹ ਕਿਹੜੀ ਮੈਮਰੀ ਹੈ ਜਿਸ ਦੇ ਵਿੱਚ ਯੂਵੀ ਲਾਈਟ ਆਪਾਂ ਇਰੇਜ਼ ਕਰਨ ਦੇ ਲਈ ਯੂਜ਼ ਕਰਦੇ ਆ ਤੇ ਇਲੈਕਟ੍ਰੀਕਲੀ ਆਪਾਂ ਲਿਖਣ ਦੇ ਲਈ ਯੂਜ਼ ਕਰਦੇ ਹੈਗੇ ਆ। ਤਾਂ ਬੇਟਾ ਉਹ ਹੁੰਦੀ ਆ ਆਪਣੇ ਕੋਲ EPROM। ਤਾਂ ਜੇ ਤੁਹਾਨੂੰ ਬੇਟਾ EPROM ਦੀ ਫੁੱਲ ਫਾਰਮ ਪਤਾ ਹੈਗੀ ਹੈ ਤਾਂ ਇਹਨੂੰ ਆਪਾਂ ਨੇ ਕੀ ਬੋਲਿਆ ਸੀਗਾ, ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਤਾਂ ਇਰੇਜ਼ੇਬਲ ਪ੍ਰੋਗਰਾਮੇਬਲ, ਦੇਖੋ ਇਰੇਜ਼ ਵੀ ਕਰ ਸਕਦੇ ਆ, ਤਾਂ ਕਿਹਦੇ ਨਾਲ ਇਰੇਜ਼ ਕਰਾਂਗੇ ਆਪਾਂ, ਤਾਂ ਇਰੇਜ਼ ਕਰਾਂਗੇ ਆਪਾਂ ਅਲਟਰਾ ਵਾਇਲਟ ਰੇਜ਼ ਦੇ ਨਾਲ। ਬਟ ਪ੍ਰੋਗਰਾਮ ਕਿਵੇਂ ਕਰਾਂਗੇ, ਲਿਖਾਂਗੇ ਕਿਸ ਤਰੀਕੇ ਨਾਲ ਆਪਾਂ, ਤਾਂ ਉਸ ਨੂੰ ਆਪਾਂ ਲਿਖ ਸਕਦੇ ਆ ਆਪਣਾ ਇਲੈਕਟ੍ਰੀਕਲ ਦੇ ਨਾਲ, ਮਤਲਬ ਇਲੈਕਟ੍ਰੀਕਲ ਸਿਗਨਲਸ ਦੇ ਨਾਲ ਆਪਾਂ ਲਿਖ ਸਕਦੇ ਆ। ਤਾਂ ਦੈਟਸ ਵਾਈ ਕਿਹਦੇ ਟਿਕ ਲੱਗ ਜੂਗਾ, ਡੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ 28th ਕੁਐਸਚਨ ਦੇਖੋ, DVD RAM is similar to a dash except it has a storage capacity up to 5.2 G। ਜਿਹੜੀ DVD RAM ਆਪਾਂ ਕਹਿੰਦੇ ਆ, ਜਿਹਨੂੰ ਆਪਾਂ ਡਿਜੀਟਲ ਵਰਸਾਟਾਈਲ ਡਿਸਕ ਰੈਂਡਮ ਅਸੈਸ ਮੈਮਰੀ ਹੁੰਦੀ ਹੈ ਬੇਟਾ, ਇਹ ਸਿਮਿਲਰ ਹੁੰਦੀ ਹੈ ਬਿਲਕੁਲ CDRW ਦੇ, ਕੰਪੈਕਟ ਡਿਸਕ ਰੀਰਾਈਟੇਬਲ ਜਿਹਨੂੰ ਆਪਾਂ ਬੋਲਦੇ ਆ। ਤਾਂ ਜਿਹੜਾ ਬਹੁਤ ਫੇਮਸ ਕੁਐਸਚਨ ਹੈ ਵੀ DVD RAM ਕਿਸ ਦੇ ਤਰੀਕੇ ਨਾਲ ਐਕਟ ਕਰਦੀ ਹੈ, ਆਪਣੀ CDRW ਦੀ ਤਰ੍ਹਾਂ ਐਕਟ ਕਰਦੀ ਹੈ। ਠੀਕ ਹੈ, ਤਾਂ ਆਪਣੇ 28th ਕੁਐਸਚਨ ਡਿਸਕਸ ਹੋ ਗਏ। नेक्स्ट 29th क्वेश्चन देखो, what is the main folder on a storage device called। ਤਾਂ ਯੂ ਨੋ ਵੈਰੀ ਵੈਲ ਜਿਹੜਾ ਸਟੋਰੇਜ ਡਿਵਾਈਸ ਦੇ ਵਿੱਚ ਸਭ ਤੋਂ ਮੇਨ ਫੋਲਡਰ ਹੁੰਦਾ ਜਿਸ ਦੇ ਵਿੱਚ ਸਾਰੀਆਂ ਫਾਈਲਸ ਦੇ ਸ਼ਾਰਟਕਟਸ ਅਵੇਲੇਬਲ ਹੁੰਦੇ ਨੇ, ਉਸ ਨੂੰ ਆਪਾਂ ਰੂਟ ਡਾਇਰੈਕਟਰੀ ਕਹਿੰਦੇ ਆ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਕੁਐਸਚਨ 30th ਕੁਐਸਚਨ ਦੇਖੋ, which of the following is used to hold ROM, RAM, CPU and expansion cards। ਤਾਂ ਆਪਣੇ ਅੰਦਰ ਕੰਪਿਊਟਰ ਦੇ ਵਿੱਚ ਅਜਿਹਾ ਕਿਹੜਾ ਡਿਵਾਈਸ ਹੈ ਜਿਹਦੇ ਵਿੱਚ RAM ਵੀ ਲੱਗੀ ਹੁੰਦੀ ਹੈ, ROM ਵਗੈਰਾ ਵੀ, ਤੇ ਆਪਣਾ ਐਕਸਪੈਂਸ਼ਨ ਕਾਰਡਸ ਵੀ ਲੱਗੇ ਹੁੰਦੇ ਨੇ। ਤਾਂ ਬੇਟਾ ਉਸ ਬੋਰਡ ਨੂੰ ਆਪਾਂ ਮਦਰ ਬੋਰਡ ਬੋਲਦੇ ਹਾਂ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਹਾਊ ਮੈਨੀ ਟਾਈਪਸ ਆਫ ਮੈਮਰੀ ਡਜ਼ ਆ ਕੰਪਿਊਟਰ ਹੈਵ। ਤਾਂ ਕੰਪਿਊਟਰ ਦੇ ਪਾਸ ਕਿੰਨੇ ਤਰ੍ਹਾਂ ਦੀ ਮੈਮਰੀ ਹੁੰਦੀ ਹੈ, ਯੂ ਨੋ ਵੈਰੀ ਵੈਲ ਕੰਪਿਊਟਰ ਦੇ ਪਾਸ ਦੋ ਤਰ੍ਹਾਂ ਦੀ ਹੀ ਮੈਮਰੀ ਹੁੰਦੀ ਹੈ, ਇੱਕ ਆਪਣੀ ਪ੍ਰਾਇਮਰੀ ਮੈਮਰੀ ਹੁੰਦੀ ਹੈ ਤੇ ਇੱਕ ਆਪਣੀ ਸੈਕੰਡਰੀ ਮੈਮਰੀ ਹੁੰਦੀ ਹੈ। ਤਾਂ ਇਹ ਦੋ ਤਰ੍ਹਾਂ ਦੀ ਮੈਮਰੀਜ਼ ਹੋਣ ਕਰਕੇ ਤੁਸੀਂ ਟਿਕ ਡੀ ਦੇ ਉੱਤੇ ਲਗਾ ਦੋਗੇ। ਠੀਕ ਹੈ, ਤਾਂ ਆਪਣੇ 31 ਕੁਐਸਚਨ ਡਿਸਕਸ ਹੋ ਗਏ। ਨੈਕਸਟ to locate a data item for storage is। ਤਾਂ ਜੇਕਰ ਆਪਾਂ ਨੇ ਡਾਟਾ ਆਈਟਮ ਨੂੰ ਲੋਕੇਟ ਕਰਨਾ ਹੋਵੇ ਸਟੋਰੇਜ ਦੇ ਵਿੱਚ ਤਾਂ ਕਿੱਥੇ ਕਰਾਂਗੇ, ਤਾਂ ਨਨ ਆਫ ਦੀਸ 'ਚ ਤਾਂ ਉਰੇ ਦਾ ਆਪਸ਼ਨ ਫੀਡ ਡਾਟਾਬੇਸ ਹੈ, ਜਦ ਕਿ ਆਪਸ਼ਨ ਹੈ ਮੈਮਰੀ ਹੋਣਾ, ਤਾਂ ਮੈਮਰੀ ਵਿੱਚ ਹੀ ਡਾਟੇ ਨੂੰ ਸਟੋਰ ਕਰ ਸਕਦੇ ਹਾਂ ਨਾ ਆਪਾਂ। ਤਾਂ ਫਿਰ ਡੀ ਆਪਸ਼ਨ, ਨਨ ਆਫ ਦੀਸ ਆਪਸ਼ਨ ਕੋਈ ਵੀ ਅਵੇਲੇਬਲ ਨਹੀਂ, ਦੈਟਸ ਵਾਈ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ 33 ਕੁਐਸਚਨ ਦੇਖੋ, ਦੀ ਟੂ ਕਾਈਂਡਸ ਆਫ ਮੇਨ ਮੈਮਰੀ ਆਰ। ਮੇਨ ਮੈਮਰੀ ਜਿਹਨੂੰ ਆਪਾਂ ਨੇ ਪ੍ਰਾਇਮਰੀ ਮੈਮਰੀ ਵੀ ਕਿਹਾ ਸੀਗਾ, ਉਹ ਮੇਨ ਕਿਹੜੀਆਂ ਹੁੰਦੀਆਂ ਨੇ, ਰੈਮ ਤੇ ਰੋਮ ਹੁੰਦੀਆਂ ਨੇ। ਤਾਂ ਰੈਮ ਤੇ ਰੋਮ ਆਪਣੀਆਂ ਪ੍ਰਾਇਮਰੀ ਮੈਮਰੀਜ਼ ਨੇ ਜਿਸ ਨੂੰ ਆਪਾਂ ਮੇਨ ਮੈਮਰੀਜ਼ ਹੀ ਕਹਿੰਦੇ ਆ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ 34th ਕੁਐਸਚਨ ਦੇਖੋ, ਹਾਫ ਬਾਈਟ ਇਜ਼ ਨੋਨ ਐਜ਼। ਯੂ ਨੋ ਵੈਰੀ ਵੈਲ ਇੱਕ ਬਾਈਟ ਦੇ ਵਿੱਚ 8 ਬਿਟਸ ਹੁੰਦੀਆਂ ਨੇ। ਜੇਕਰ ਉਹਨੇ ਹਾਫ ਬਾਈਟ ਕਹਿਤਾ ਤਾਂ ਇਸ ਦਾ ਮਤਲਬ ਕੀ ਹੋ ਗਿਆ, 4 ਬਿਟਸ ਦੀ ਗੱਲਬਾਤ ਉਹ ਕਰ ਰਿਹਾ ਹੈ। ਤਾਂ ਇਹ 4 ਬਿਟਸ ਦੀ ਬੇਟਾ ਉਹ ਗੱਲਬਾਤ ਕਰ ਰਿਹਾ ਹੈ, ਤਾਂ 4 ਬਿਟਸ ਨੂੰ ਆਪਾਂ ਕੀ ਬੋਲਦੇ ਆ, ਨਿਬਲ ਬੋਲਦੇ ਆ। ਤਾਂ ਡੀ ਆਪਸ਼ਨ ਨਿਬਲ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਆਪਣੇ 34 ਕੁਐਸਚਨ ਡਿਸਕਸ ਹੋ ਗਏ। ਨੈਕਸਟ ਦੇਖੋ, 35th ਕੁਐਸਚਨ, ਆ ਬਿਟ ਰੈਫਰਸ ਟੂ। ਤਾਂ ਬਿਟ ਨੂੰ ਆਪਾਂ ਕੀ ਬੋਲਦੇ ਆ ਬੇਟਾ, ਦੀ ਸਮੋਲੈਸਟ ਯੂਨਿਟ ਆਫ ਡਿਜੀਟਲ ਇਨਫੋਰਮੇਸ਼ਨ। ਤਾਂ ਬਿਟ ਕੀ ਹੁੰਦੇ ਆ, ਬੇਸਿਕਲੀ ਇੱਕ ਬਾਈਨਰੀ ਡਿਜਿਟ ਹੁੰਦਾ ਹੈ ਜਿਹਨੂੰ ਆਪਾਂ 0 ਤੇ 1 ਕਹਿੰਦੇ ਆ। ਤੇ ਜਿਹੜਾ ਇਹ ਵਾਲਾ 0 ਤੇ 1 ਹੁੰਦਾ ਬੇਸਿਕਲੀ ਇਹੀ ਆਪਣੀ ਸਭ ਤੋਂ ਸਮੋਲੈਸਟ ਅਸਲ ਦੇ ਵਿੱਚ ਮੇਜ਼ਰਮੈਂਟ ਦੀ ਯੂਨਿਟ ਹੈਗੀ ਹੈ ਬਿਟ। ਤਾਂ ਦੀ ਸਮੋਲੈਸਟ ਯੂਨਿਟ ਆਫ ਡਿਜੀਟਲ ਇਨਫੋਰਮੇਸ਼ਨ, ਡੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, ਆ ਗੀਗਾਬਾਈਟ ਇਜ਼ ਇਕੁਅਲ ਟੂ।
ਯੂ ਨੋ ਵੈਰੀ ਵੈਲ ਮੈਂ ਤੁਹਾਨੂੰ 3 ਵਰਡਸ ਦਿੱਤੇ ਸੀਗੇ, ਇੱਕ ਕਿਲੋ ਵਰਡਸ ਮੈਨੇ ਕਿਹਾ ਸੀ ਬੇਟਾ, ਇੱਕ ਮੈਗਾ ਵਰਡਸ ਕਿਹਾ ਸੀਗਾ, ਇੱਕ ਗੀਗਾ ਕਿਹਾ ਸੀਗਾ। ਤਾਂ ਨਾ ਤਿੰਨਾਂ ਦਾ ਰਿਲੇਸ਼ਨ ਕੀ ਅੱਗੇ ਦੇ ਅੱਗੇ 1024 ਨਾਲ ਹੈ। ਜੇ ਮੈਂ ਮੈਗਾਬਾਈਟ ਦੀ ਗੱਲ ਕਰੂੰਗਾ ਉਹ 1024 KB ਦੀ ਗੱਲ ਹੋਊਗੀ, ਜੇ ਗੀਗਾਬਾਈਟ ਹੋਊਗਾ ਤਾਂ 1024 ਉਹ MB ਦੀ ਗੱਲ ਹੋਊਗੀ। ਤਾਂ 1024 MB ਕਿੱਥੇ ਆ ਪਿਆ, ਡੀ ਆਪਸ਼ਨ ਪਿਆ, ਤਾਂ ਡੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। 1024 ਮੈਗਾਬਾਈਟਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ ਕੁਐਸਚਨ 37 ਦੇਖੋ, ਦੀ ਪਰਫਾਰਮੈਂਸ ਆਫ ਰੈਮ ਇਜ਼ ਅਫੈਕਟਿਡ ਬਾਈ। ਤਾਂ ਜਿਹੜੀ ਰੈਮ ਦੀ ਪਰਫਾਰਮੈਂਸ ਹੈ ਉਹ ਬੇਸਿਕਲੀ ਕਿਸ ਦੇ ਉੱਤੇ ਡਿਪੈਂਡ ਕਰਦੀ ਹੈ, ਇੱਕ ਤਾਂ ਡਾਟਾ ਟਰਾਂਸਫਰ ਯੂਨਿਟ ਹੁੰਦਾ ਹੈ ਬੀ ਆਪਸ਼ਨ, ਤੇ ਇੱਕ ਸਾਈਜ਼ ਦੇ ਉੱਤੇ ਵੀ ਆਪਣੇ ਕੋਲ ਅਸੈਸ ਸਪੀਡ, ਉਹਦੀ ਸਪੀਡ ਕਿੰਨੀ ਹੈਗੀ ਹੈ ਉਸ ਦੇ ਉੱਤੇ ਡਿਪੈਂਡ ਕਰੇਗਾ। ਤਾਂ ਮਤਲਬ ਆਪਣਾ ਅਸੈਸ ਸਪੀਡ ਤੇ ਡਾਟਾ ਟਰਾਂਸਫਰ ਯੂਨਿਟ ਬੋਥ A ਐਂਡ B ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਵੀ ਰੈਮ ਦੀ ਜਿਹੜੀ ਸਪੀਡ ਹੈਗੀ ਹੈ ਅਸੈਸ ਸਪੀਡ ਦੇ ਉੱਤੇ ਡਿਪੈਂਡ ਕਰੂਗੀ ਤੇ ਡਾਟਾ ਟਰਾਂਸਫਰ ਯੂਨਿਟ ਦੇ ਉੱਤੇ ਡਿਪੈਂਡ ਕਰੇਗੀ। ਓਕੇ, ਨੈਕਸਟ ਦੇਖੋ, RAM is also called as, ਯੂ ਨੋ ਵੈਰੀ ਵੈਲ ਜਿਹੜੀ ਰੈਮ ਹੁੰਦੀ ਹੈ ਬੇਸਿਕਲੀ ਉਸਦਾ ਡਾਟਾ ਜਦੋਂ ਆਪਣੀ ਲਾਈਟ ਆਫ ਹੁੰਦੀ ਹੈ ਤਾਂ ਡਾਟਾ ਖਤਮ ਹੋ ਜਾਂਦਾ ਹੁੰਦਾ। ਤਾਂ ਜਦੋਂ ਡਾਟਾ ਖਤਮ ਹੋ ਜੇ ਲਾਈਟ ਆਫ ਕਰਨ 'ਤੇ ਤਾਂ ਉਸ ਨੂੰ ਆਪਾਂ ਵੋਲਾਟਾਈਲ ਮੈਮਰੀ ਕਹਿੰਦੇ ਹੁੰਦੇ ਆ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਤਾਂ ਵੋਲਾਟਾਈਲ ਮੈਮਰੀ ਉਹ ਵਾਲੀ ਮੈਮਰੀ ਹੁੰਦੀ ਹੈ ਵੀ ਜਦੋਂ ਲਾਈਟ ਆਫ ਹੋ ਜਾਵੇ ਤਾਂ ਉਸ ਤੋਂ ਬਾਅਦ ਜਿਹੜਾ ਮੈਮਰੀ 'ਚ ਡਾਟਾ ਪਿਆ ਹੋਵੇ ਉਹ ਖਤਮ ਹੋ ਜਾਵੇ, ਡਿਲੀਟ ਹੋ ਜਾਵੇ, ਤਾਂ ਉਹ ਮੈਮਰੀ ਵੋਲਾਟਾਈਲ ਮੈਮਰੀ ਹੁੰਦੀ ਹੈ। ਰੈਮ ਇਜ਼ ਅ ਵੋਲਾਟਾਈਲ ਮੈਮਰੀ। ਓਕੇ, ਨੈਕਸਟ, ਟੂਡੇਜ਼ ਰੈਮ ਕਾਮਨ ਫਾਰਮ ਇਜ਼ ਬਿਲਟ ਵਿਦ। ਤਾਂ ਜਿਹੜੀ ਅੱਜ ਕੱਲ੍ਹ ਦੀ ਰੈਮ ਹੈ ਬੇਟਾ ਕਹਿੰਦਾ ਉਹ ਕਿਤੋਂ ਬਣੀ ਹੁੰਦੀ ਹੈ ਬੇਸਿਕਲੀ, ਤਾਂ ਉਹ ਇੱਕ ਸੈਮੀ ਕੰਡਕਟਰ ਆਈਸੀਸ ਤੋਂ ਬਣੇ ਹੁੰਦੇ ਨੇ। ਜਿਹੜੇ ਸੈਮੀ ਕੰਡਕਟਰ ਆਈਸੀ ਚਿਪਸ ਹੁੰਦੀਆਂ ਨੇ ਅੱਜ ਕੱਲ੍ਹ ਦੇ ਆਈਸੀ ਚਿਪਸ ਨੇ ਤਾਂ ਉਹਨਾਂ ਤੋਂ ਬਣੀ ਹੁੰਦੀ ਹੈ ਰੈਮ। ਓਕੇ, ਨੈਕਸਟ, ਡੈਸ਼ ਇਜ਼ ਦੀ ਪਰਮਾਨੈਂਟ ਮੈਮਰੀ ਬਿਲਟ ਇਨਟੂ ਯੂਅਰ ਕੰਪਿਊਟਰ ਕਾਲਡ। ਤਾਂ ਜਿਸ ਨੂੰ ਆਪਾਂ ਪਰਮਾਨੈਂਟ ਮੈਮਰੀ ਕਹਿੰਦੇ ਆ ਤੇ ਉਹ ਕੰਪਿਊਟਰ ਦੇ ਵਿੱਚ ਬਿਲਟ ਕੀਤੀ ਹੁੰਦੀ ਹੈ ਬੇਸਿਕਲੀ ਉਹ ਕੀ ਹੁੰਦੀ ਹੈ, ਰੋਮ ਹੁੰਦੀ ਹੈ। ਤਾਂ ਇਹ ਆਪਸ਼ਨ ਰੋਮ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਕਿਉਂਕਿ ਜਿਹੜਾ ਰੋਮ ਹੁੰਦਾ ਬੇਟਾ ਹੈਗੇ ਰੈਮ ਤੇ ਰੋਮ ਦੋਹੇ ਪ੍ਰਾਇਮਰੀ ਮੈਮਰੀਜ਼ ਨੇ, ਬਟ ਰੈਮ ਹੁੰਦੀ ਆ ਵੋਲਾਟਾਈਲ, ਰੋਮ ਆਪਣੀ ਨੋਨ ਵੋਲਾਟਾਈਲ ਇਨ ਨੇਚਰ ਹੁੰਦੀ ਹੈ, ਜਿਸ ਕਰਕੇ ਰੋਮ ਆਪਣੀ ਬਿਲਕੁਲ ਪਰਮਾਨੈਂਟ ਮੈਮਰੀ ਹੁੰਦੀ ਹੈ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਤਾਂ ਹੋਪ ਕਰਦਾ ਤੁਹਾਨੂੰ ਵੀਡੀਓਜ਼ ਬੇਟਾ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਨੇ। ਜੇਕਰ ਤੁਹਾਨੂੰ ਵੀਡੀਓਜ਼ ਬਹੁਤ ਪਸੰਦ ਆ ਰਹੀ ਹੈ ਤਾਂ ਪਲੀਜ਼ ਫਰੈਂਡਸ ਦੇ 'ਚ ਸ਼ੇਅਰ ਕਰਿਆ ਕਰੋ ਬੇਟਾ, ਹੈਜ਼ੀਟੇਸ਼ਨ ਫੀਲ ਨਾ ਕਰਿਆ ਕਰੋ, ਇਹ ਫੀਲ ਨਾ ਕਰੋ ਵੀ ਹਾਂ ਮੈਂ ਡਾਟੇ ਨੂੰ ਅੱਗੇ ਟ੍ਰਾਂਸਫਰ ਕਿਉਂ ਕਰਾਂ। ਵੀਡੀਓਜ਼ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਣਾ, ਅੱਜ ਨਹੀਂ ਪਹੁੰਚੂਗਾ 10 ਦਿਨਾਂ ਬਾਅਦ ਪਹੁੰਚ ਜੂਗੀ ਵੀਡੀਓ। ਤਾਂ ਪਲੀਜ਼ ਬੇਟਾ ਜੇਕਰ ਦੇਖੋ ਅੱਛਾ ਡਾਟਾ ਪਹੁੰਚੂਗਾ ਬੱਚਿਆਂ ਲਵੇ ਤਾਂ ਹੀ ਉਹ ਇੱਕ ਅੱਛੀ ਪ੍ਰਿਪਰੇਸ਼ਨ ਕਰ ਪਾਉਣਗੇ ਤੇ ਮੈਕਸਿਮਮ ਬੱਚੇ ਮੇਰੀ ਵੀਡੀਓਜ਼ ਨੂੰ ਦੇਖਣਗੇ। ਦੇਖੋ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਤਾਂ ਹੀ ਮੈਂ ਇਸ ਲੋਕਡਾਊਨ ਪੀਰੀਅਡ ਦੇ ਵਿੱਚ ਤੁਹਾਡਾ ਮੈਂ ਸਾਥ ਨਿਭਾ ਸਕਦਾ। ਮੈਂ ਵੀ ਤੁਹਾਡੇ ਲਈ ਬਹੁਤ ਅੱਛੀ ਵੀਡੀਓਜ਼ ਅੱਗੇ ਲੈ ਕੇ ਆ ਸਕਦਾ ਵੀ ਜੇ ਤੁਸੀਂ ਇੱਕ ਵੀਡੀਓਜ਼ ਨੂੰ ਅੱਗੇ ਟ੍ਰਾਂਸਫਰ ਅੱਗੇ ਸ਼ੇਅਰ ਕਰ ਦਿਓ ਡੀਅਰ। ਠੀਕ ਹੈ ਨਾ ਬੇਟਾ। ਤਾਂ ਨੈਕਸਟ ਕੁਐਸਚਨ ਦੇਖੋ, ਰੋਮ ਇਜ਼ ਕੰਪੋਜ਼ਡ ਆਫ। ਜਿਹੜੀ ਰੀਡ ਓਨਲੀ ਮੈਮਰੀ ਰੋਮ ਹੈ ਬੇਸਿਕਲੀ ਉਹ ਕਿਸ ਤੋਂ ਬਣੀ ਹੁੰਦੀ ਹੈ, ਮਾਈਕਰੋ ਪ੍ਰੋਸੈਸਰਸ ਤੋਂ ਬਣੀ ਹੁੰਦੀ ਹੈ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਅ ਸਟੋਰੇਜ ਡਿਵਾਈਸ। ਤਾਂ ਯੂ ਨੋ ਵੈਰੀ ਵੈਲ DVD ਵਿੱਚ ਵੀ ਆਪਾਂ ਡਾਟਾ ਸਟੋਰ ਕਰ ਸਕਦੇ, CD ਦੇ ਵਿੱਚ ਵੀ, ਮੈਗਨੈਟਿਕ ਡਿਸਕ ਦੇ ਵਿੱਚ ਵੀ। ਤਾਂ ਸਾਰੀਆਂ ਇਹ ਡਿਵਾਈਸਿਸ ਕੀ ਨੇ, ਸਟੋਰੇਜ ਡਿਵਾਈਸਿਸ ਹੀ ਨੇ। ਦੈਟਸ ਵਾਈ ਆਲ ਆਫ ਥੀਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਤਾਂ ਡੀ ਆਪਸ਼ਨ ਆਲ ਆਫ ਥੀਸ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ। ਨੈਕਸਟ, ਵਿਚ ਆਫ ਦੀ ਫੋਲੋਇੰਗ ਡਿਵਾਈਸ ਕੈਨ ਸਟੋਰ ਅ ਲਾਰਜ ਅਮਾਊਂਟ ਆਫ ਡਾਟਾ। ਤਾਂ 4 ਆਪਸ਼ਨਸ ਗਿਵਨ ਨੇ ਦੇਖੋ, ਹਾਰਡ ਡਿਸਕ, ਫਲੋਪੀ ਡਿਸਕ, CD ਤੇ ਰੈਮ। ਤਾਂ ਇਹਨਾਂ ਦੇ ਵਿੱਚ ਤਾਂ ਜਿਹੜਾ ਸਭ ਤੋਂ ਜ਼ਿਆਦਾ ਡਾਟਾ ਸਟੋਰ ਕਰ ਸਕਦਾ ਬੇਟਾ ਉਹ ਇੱਕ ਹਾਰਡ ਡਿਸਕ ਹੀ ਕਰ ਸਕਦੀ ਹੈ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਬਾਕੀ ਆਪਾਂ ਨੇ ਇੱਕ ਪਹਿਲਾ ਕੁਐਸਚਨ ਵੀ ਸੇਮ ਕੀਤਾ ਸੀਗਾ, ਮੈਗਨੈਟਿਕ ਟੇਪ ਦੇ ਵਿੱਚ ਸਭ ਤੋਂ ਜ਼ਿਆਦਾ ਡਾਟਾ ਆਪਾਂ ਸਟੋਰ ਕਰ ਸਕਦਾ ਜੇ ਮੈਗਨੈਟਿਕ ਟੇਪ ਆਪਸ਼ਨ ਦੇ ਵਿੱਚ ਹੋਵੇ, ਕਿਉਂਕਿ ਇਹ ਕੁਐਸਚਨ ਜਿਹੜੇ ਹੁੰਦੇ ਨੇ ਵਿਦ ਰਿਸਪੈਕਟ ਟੂ ਆਪਸ਼ਨ ਬੇਸ ਕੁਐਸਚਨ ਨੇ। ਤਾਂ ਆਪਸ਼ਨ ਦੇ ਅਨੁਸਾਰ ਹੀ ਇਹ ਵਾਲੇ ਕੁਐਸਚਨ ਚੱਲਦੇ ਨੇ ਡੀਅਰ। ਓਕੇ, ਨੈਕਸਟ, ਵਿਚ ਆਫ ਦੀ ਫੋਲੋਇੰਗ ਫਲੋਪੀ ਸਾਈਜ਼ ਐਗਜ਼ਿਸਟ। ਤਾਂ ਦੇਖੋ ਫਲੋਪੀ ਦੇ ਸਾਈਜ਼ ਅਲੱਗ-ਅਲੱਗ ਐਗਜ਼ਿਸਟ ਹੁੰਦੇ ਨੇ। ਤਾਂ ਜਿਹੜੇ ਇਹਨਾਂ 'ਚ ਆਪਸ਼ਨ ਗਿਵਨ ਹੈ ਤਾਂ ਫਿਲਹਾਲ ਦੇ ਲਈ 5.2
5.25 ਇੰਚਸ ਦੀ ਇੱਕ ਫਲੋਪੀ ਡਿਸਕ ਆਈ ਸੀਗੀ। 5.25 ਇੰਚ ਦੀ ਫਲੋਪੀ ਡਿਸਕ ਅਵੇਲੇਬਲ ਫੇਮਸ ਹੋਈ ਸੀਗੀ। ਤਾਂ ਸੀ ਆਪਸ਼ਨ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ। ਨੈਕਸਟ, ਸਟੋਰੇਜ ਐਂਡ ਮੈਮਰੀ ਡਿਫਰ ਵਿਦ ਰਿਸਪੈਕਟ ਟੂ ਵਿਚ ਆਫ ਦੀ ਫੋਲੋਇੰਗ ਕਰੈਕਟਰਿਸਟਿਕ। ਦੇਖੋ, ਇੱਕ ਚੀਜ਼ ਨੂੰ ਆਪਾਂ ਸਟੋਰੇਜ ਕਹਿੰਦੇ ਆ, ਇੱਕ ਚੀਜ਼ ਨੂੰ ਆਪਾਂ ਮੈਮਰੀ ਕਹਿੰਦੇ ਆ। ਤਾਂ ਬੇਸਿਕਲੀ ਦੋਹਾਂ ਦੇ ਵਿੱਚ ਫਰਕ ਹੈਗਾ, ਕਿਉਂਕਿ ਸਟੋਰੇਜ ਪਰਮਾਨੈਂਟ ਹੁੰਦੀ ਹੈ, ਮੈਮਰੀ ਜਿਹੜੀ ਹੁੰਦੀ ਹੈ ਉਹ ਟੈਂਪਰਰੀ ਹੁੰਦੀ ਹੈ। ਇੰਨੀ ਗੱਲ ਯਾਦ ਰੱਖਿਓ, ਸਟੋਰੇਜ ਪਰਮਾਨੈਂਟ ਹੁੰਦੀ ਹੈ, ਮੈਮਰੀ ਜਿਹੜੀ ਹੁੰਦੀ ਹੈ ਉਹ ਆਪਣੀ ਟੈਂਪਰਰੀ ਹੁੰਦੀ ਹੈ। ਤਾਂ ਦੋਹਾਂ ਦੇ ਵਿੱਚ ਦੇਖੋ ਰਿਲਾਇਬਿਲਿਟੀ ਦਾ ਵੀ ਡਿਫਰੈਂਸ ਹੋਏਗਾ, ਪ੍ਰਾਈਸ ਦਾ ਵੀ ਫਰਕ ਪਏਗਾ, ਉਹਨਾਂ ਦੀ ਸਪੀਡ ਦਾ ਵੀ ਫਰਕ ਹੋਏਗਾ, ਇਹਨਾਂ ਸਭ ਚੀਜ਼ਾਂ ਦਾ ਡਿਫਰੈਂਸ ਹੋਏਗਾ। ਦੈਟਸ ਵਾਈ ਆਲ ਆਫ ਦੀਜ਼ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ 46th question, which media has the ability to have data or information stored on them by user more than once use। ਤਾਂ ਕਿਹੜਾ ਉਹ ਮੀਡੀਆ ਸਟੋਰੇਜ ਹੈਗੀ ਹੈ ਜਿਸ ਦੇ ਵਿੱਚ ਆਪਾਂ ਡਾਟਾ ਇੱਕ ਤੋਂ ਜ਼ਿਆਦਾ ਵਾਰ ਡਾਟਾ ਸਟੋਰ ਕਰ ਸਕਦੇ ਹੈਗੇ ਆ। ਤਾਂ ਦੈਟ ਇਜ਼ ਦਾ CDRW, ਜਿਹੜੀ ਕੰਪੈਕਟ ਡਿਸਕ ਰੀਰਾਈਟੇਬਲ ਹੁੰਦੀਆਂ ਨੇ। ਦੇਖੋ ਵਰਡ ਆਪਣੇ ਆਪ ਕਹਿ ਰਿਹਾ ਰੀਰਾਈਟੇਬਲ, ਵੀ ਇੱਕ ਵਾਰ ਜਦੋਂ ਆਪਾਂ ਨੇ ਰਾਈਟ ਕਰਦਾ ਉਸ ਦੇ ਉੱਤੇ, ਉਸ ਤੋਂ ਬਾਅਦ ਦੁਬਾਰ ਤੋਂ ਆਪਾਂ ਰੀਰਾਈਟੇਬਲ ਉਹਨੂੰ ਡਿਲੀਟ ਕਰਕੇ ਆਪਾਂ ਦੁਬਾਰ ਤੋਂ ਉਹਦੇ ਉੱਤੇ ਕੁਝ ਲਿਖ ਸਕਦੇ ਆ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, cache and main memory will lose their content when power is off। they are ਤਾਂ ਉਹ ਕੀ ਹੁੰਦੇ ਨੇ ਬੇਸਿਕਲੀ, ਜਿਵੇਂ ਕੈਸ਼ ਤੇ ਮੇਨ ਮੈਮਰੀ ਦੇ ਜਿਹੜਾ ਡਾਟਾ ਪਿਆ ਹੁੰਦਾ, ਮਤਲਬ ਰੈਮ ਦੇ ਵਿੱਚ ਡਾਟਾ ਪਿਆ ਹੁੰਦਾ, ਉਹ ਲਾਈਟ ਆਫ ਹੋਣ ਤੋਂ ਬਾਅਦ ਡਾਟਾ ਡਿਲੀਟ ਹੋ ਜਾਂਦਾ ਹੁੰਦਾ। ਤਾਂ ਇਹ ਬੇਸਿਕਲੀ ਕੀ ਹੁੰਦੇ ਨੇ, ਵੋਲਾਟਾਈਲ ਨੇਚਰ ਦੇ ਮੈਮਰੀਜ਼ ਹੁੰਦੀਆਂ ਨੇ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਤਾਂ ਵੋਲਾਟਾਈਲ ਵਰਡ ਨੂੰ ਯਾਦ ਰੱਖਿਓ, ਵਾਸ਼ ਹੋਣਾ, ਵੀ ਡਾਟਾ ਡਿਲੀਟ ਹੋ ਗਿਆ, ਵਾਸ਼ ਹੋ ਗਿਆ। ਤਾਂ ਇਸ ਕਰਕੇ ਆਪਾਂ ਇਹ ਆਪਸ਼ਨ ਦੇ ਉੱਤੇ ਟਿਕ ਲਾ ਦਾਂਗੇ। ਯਾਦ ਰੱਖੋ, ਰੈਮ ਤੇ ਕੈਸ਼ ਇਹ ਵੋਲਾਟਾਈਲ ਮੈਮਰੀਜ਼ ਹੁੰਦੀਆਂ ਨੇ। ਰੋਮ, ਫਲੋਪੀ ਡਿਸਕ, ਹਾਰਡ ਡਿਸਕ, ਇਹ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਇਹ ਨੋਨ ਵੋਲਾਟਾਈਲ ਮੈਮਰੀਜ਼ ਨੇ, ਕਿਉਂਕਿ ਨਾ ਡਾਟਾ ਡਿਲੀਟ ਨਹੀਂ ਹੁੰਦਾ। ਓਕੇ, ਨੈਕਸਟ, ਮੇਨ ਮੈਮਰੀ ਵਰਕਸ ਇਨ ਕੰਜੰਕਸ਼ਨ ਵਿਦ। ਤਾਂ ਜਿਹੜੀ ਮੇਨ ਮੈਮਰੀ ਦੇਖੋ ਰੈਮ ਤੇ ਰੋਮ ਹੀ ਹੈ, ਤਾਂ ਉਹ ਕਿਸ ਦੇ ਨਾਲ ਵਰਕ ਆਪਣਾ ਕਰ ਰਹੀਆਂ ਨੇ? ਤਾਂ ਬੇਟਾ ਉਹ CPU ਦੇ ਨਾਲ ਵਰਕ ਕਰਦੀਆਂ ਨੇ, ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਨਾਲ ਹੀ ਇਹ ਵਰਕ ਕਰਦੀਆਂ ਨੇ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, ਮੈਗਨੈਟਿਕ ਟੇਪ ਇਜ਼ ਨੋਟ ਪ੍ਰੈਕਟੀਕਲ ਫॉर ਐਪਲੀਕੇਸ਼ਨ ਵੇਅਰ ਡਾਟਾ ਮਸਟ ਬੀ ਕੁਇਕਲੀ ਰਿਕਾਲਡ ਬਿਕੋਜ਼ ਟੇਪ ਇਜ਼। ਦੇਖੋ ਬੇਟਾ, ਮੈਗਨੈਟਿਕ ਟੇਪ ਪ੍ਰੈਕਟੀਕਲੀ ਯੂਜ਼ ਨਹੀਂ ਹੁੰਦੀ, ਜਦ ਕਿ ਇਹਦੀ ਬਹੁਤ ਅੱਛੀ ਫੀਚਰ ਹੈਗੇ ਵੀ ਡਾਟੇ ਨੂੰ ਬਹੁਤ ਜ਼ਿਆਦਾ ਸਟੋਰ ਕਰ ਸਕਦੀ ਹੈ। ਫਿਰ ਵੀ ਅੱਜ ਕੱਲ੍ਹ ਆਪਾਂ ਯੂਜ਼ ਕਿਉਂ ਨਹੀਂ ਕਰ ਰਹੇ? ਕਿਉਂਕਿ ਨਾ ਬੇਟਾ ਦੋ ਤਰ੍ਹਾਂ ਨਾਲ ਡਾਟਾ ਅਸੈਸ ਕਰ ਸਕਦੇ। ਇੱਕ ਹੁੰਦਾ ਸਿਕੁਐਂਸ਼ਲ, ਤਾਂ ਇਹ ਅਸਲ 'ਚ ਸਿਕੁਐਂਸ਼ਲ ਅਸੈਸ ਮੀਡੀਅਮ ਹੈ। ਜਿਵੇਂ ਕਿ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਨੇ ਜਿਹੜੇ ਆਪਣੇ ਸੌਂਗਸ ਦੇ ਜਿਹੜਾ ਕੈਸਟਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਆਉਂਦੀਆਂ ਸੀਗੀਆਂ, ਉਹ ਅਸਲ ਦੇ ਵਿੱਚ ਮੈਗਨੈਟਿਕ ਟੇਪ ਹੁੰਦੀਆਂ ਸੀਗੀਆਂ। ਜੇ ਤੁਸੀਂ ਉਹ ਚੀਜ਼ ਦੀ ਯੂਜ਼ ਕੀਤਾ ਹੋਇਆ, ਜੇ ਤੁਸੀਂ ਮੰਨ ਕੇ ਚਲੋ 4th ਸੌਂਗ ਪਲੇ ਕਰਨਾ ਹੈ, ਤਾਂ ਜਿੰਨੀ ਦੇਰ ਤੱਕ ਦੇਖੋ ਪਹਿਲੇ 3 ਸੌਂਗ ਪਲੇ ਨਹੀਂ ਹੋਣਗੇ, 4th ਸੌਂਗ 'ਤੇ ਆਪਾਂ ਨਹੀਂ ਪਹੁੰਚ ਸਕਦੇ। ਦੈਟਸ ਵਾਈ ਇਹ ਡਿਸਐਡਵਾਂਟੇਜ ਕਰਕੇ ਹੀ ਅੱਜ ਕੱਲ੍ਹ ਇਹਦਾ ਯੂਜ਼ ਆਪਾਂ ਨਹੀਂ ਕਰ ਰਹੇ, ਕਿਉਂਕਿ ਬਿਲਕੁਲ ਸੀਕੁਐਂਸ ਦੇ ਵਿੱਚ ਡਾਟੇ ਨੂੰ ਚੱਕਦਾ ਹੁੰਦਾ। ਤਾਂ ਦੈਟਸ ਵਾਈ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, ਦੀ ਮੇਨ ਮੈਮਰੀ ਆਫ ਦੀ ਕੰਪਿਊਟਰ ਇਜ਼ ਆਲਸੋ ਕਾਲਡ ਐਜ਼। ਤਾਂ ਜਿਹੜੀ ਮੇਨ ਮੈਮਰੀ ਹੈ ਬੇਟਾ, ਇਸ ਦਾ ਅਦਰ ਨੇਮ ਕੀ ਹੁੰਦਾ ਹੈ? ਇਹ ਇਹਨੂੰ ਆਪਾਂ ਪ੍ਰਾਇਮਰੀ ਮੈਮਰੀ ਵੀ ਕਹਿੰਦੇ ਆ। ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਤਾਂ ਮੇਨ ਮੈਮਰੀ ਦੇ ਵਿੱਚ ਰੈਮ ਤੇ ਰੋਮ ਹੀ ਆਉਂਦਾ ਹੁੰਦਾ, ਜਿਸ ਨੂੰ ਆਪਾਂ ਮੇਨ ਮੈਮਰੀ ਕਹਿੰਦੇ ਆ। ਰੈਮ ਦੇ ਵਿੱਚ ਫਰਦਰ ਆਪਣਾ DRAM ਹੁੰਦਾ ਤੇ ਆਪਣਾ SRAM ਹੁੰਦਾ। ਰੋਮ ਦੇ ਵਿੱਚ PROM ਆ ਜਾਂਦਾ, EPROM ਆ ਜਾਂਦਾ, ਡਬਲ EPROM ਆ ਜਾਂਦਾ। ਜੇ ਤੁਸੀਂ ਪਹਿਲੇ ਪਾਰਟ ਨੂੰ ਹਾਲੇ ਤੱਕ ਨਹੀਂ ਦੇਖਿਆ ਤਾਂ ਪਲੀਜ਼ ਪਹਿਲਾਂ ਵਿਜ਼ਿਟ ਕਰਕੇ ਫਸਟ ਪਾਰਟ ਦੇਖੋ। ਚੈਨਲ ਦੀ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਏਗਾ ਕੰਪਿਊਟਰ ਅਵੇਅਰਨੈਸ ਦੇ ਵਿੱਚ ਜਾ ਕੇ। ਤਾਂ ਪਲੀਜ਼ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖੋ ਬੇਟਾ, ਵਾਚ ਕਰੋ, ਤਾਂ ਜੋ ਤੁਹਾਨੂੰ ਇੱਕ ਅੱਛੇ ਕੰਸੈਪਟ ਦਾ ਪਤਾ ਚੱਲ ਸਕੇ। ਠੀਕ ਹੈ, ਨੈਕਸਟ, what is the main advantage of magnetic core memory over semiconductor RAM memory?
ਤਾਂ ਜਿਹੜੀ ਆਪਣੇ ਮੈਗਨੈਟਿਕ ਕੋਰ ਮੈਮਰੀਜ਼ ਹੁੰਦੀਆਂ ਨੇ ਉਹਨਾਂ ਦੀ ਕੀ ਐਡਵਾਂਟੇਜ ਹੈਗੀ ਹੈ ਸੈਮੀ ਕੰਡਕਟਰ ਰੈਮ ਮੈਮਰੀ ਦੇ ਵਿੱਚ। ਤਾਂ ਯੂ ਨੋ ਵੈਰੀ ਵੈਲ ਜਿਹੜੀ ਰੈਮ ਮੈਮਰੀ ਹੁੰਦੀ ਹੈ ਉਸ ਦੇ ਵਿੱਚ ਡਾਟਾ ਡਿਲੀਟ ਹੋ ਜਾਂਦਾ, ਜਦ ਕਿ ਮੈਗਨੈਟਿਕ ਕੋਰ ਮੈਮਰੀਜ਼ ਨੋਨ ਵੋਲਾਟਾਈਲ ਮੈਮਰੀਜ਼ ਹੁੰਦੀਆਂ ਨੇ। ਦੈਟਸ ਵਾਈ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, ਟੈਂਪਰਰੀ ਸਟੋਰੇਜ used to compensate for a difference in the speed of data flow is। ਤਾਂ ਜਿਹੜੀ ਆਪਣੀ ਟੈਂਪਰਰੀ ਸਟੋਰੇਜ ਹੁੰਦੀ ਹੈ ਵੀ ਤਾਂ ਜੋ ਜਿਹੜੀ ਸਪੀਡ ਹੈ ਉਹਨੂੰ ਆਪਾਂ ਘਟਾ ਸਕੀਏ, ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਤਾਂ ਇਹਨੂੰ ਕੀ ਬੋਲਦੇ ਆਪਾਂ ਬਫਰ ਬੋਲਦੇ ਆ। ਤਾਂ ਬੀ ਆਪਸ਼ਨ ਬਫਰ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, which of the following is a type of RAM that retains its information when power is turned off। ਦੇਖੋ ਆਮ ਤੌਰ ਤੇ ਜਿਹੜੀ ਰੈਮ ਹੁੰਦੀ ਹੈ ਉਹ ਵੋਲਾਟਾਈਲ ਨੇਚਰ ਦੀ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਡਾਟਾ ਡਿਲੀਟ ਹੋ ਜਾਂਦਾ ਹੁੰਦਾ ਹੈ। ਬਟ ਇਹਨੇ ਕਹਿਤਾ ਨਵੇਂ ਟਾਈਪ ਦੀ ਕੋਈ ਇਹੋ ਜਿਹੀ ਰੈਮ ਦੱਸੋ ਵੀ ਜਿਹਦੇ ਡਾਟਾ ਡਿਲੀਟ ਨਾ ਹੋਵੇ, ਤਾਂ ਉਹ ਬੇਸਿਕਲੀ ਨੋਨ ਵੋਲਾਟਾਈਲ ਰੈਮ ਹੋਏਗੀ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, ਇੰਟਰਨਲ ਹਾਰਡ ਡਿਸਕ ਇਜ਼। ਤਾਂ ਕੰਪਿਊਟਰ ਦੇ ਵਿੱਚ ਜਿਹੜੀ ਹਾਰਡ ਡਿਸਕ ਲੱਗੀ ਹੁੰਦੀ ਹੈ ਉਹਨੂੰ ਆਪਾਂ ਰਿਮੂਵ ਨਹੀਂ ਕਰ ਸਕਦੇ, ਉਹ ਬਿਲਕੁਲ ਕੀ ਹੁੰਦੀ ਹੈ ਫਿਕਸ ਹੁੰਦੀ ਹੈ। ਤਾਂ ਇਹ ਆਪਸ਼ਨ ਫਿਕਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਡੀਅਰ। ਠੀਕ ਹੈ, ਨੈਕਸਟ ਕੁਐਸਚਨ, ਹਾਰਡ ਡਿਸਕ ਡਰਾਈਵ, CD ਡਰਾਈਵਸ ਐਂਡ DVD ਡਰਾਈਵਸ ਆਰ ਐਗਜ਼ਾਮਪਲਸ ਆਫ। ਤਾਂ ਬੇਸਿਕਲੀ ਜਿਹੜੇ ਹਾਰਡ ਡਿਸਕ ਡਰਾਈਵ ਨੇ, CD ਡਰਾਈਵਸ ਹੁੰਦੀਆਂ ਨੇ, DVD ਡਰਾਈਵਸ ਹੁੰਦੀਆਂ ਨੇ, ਉਹਨਾਂ ਵਿੱਚ ਆਪਾਂ ਸਟੋਰਿੰਗ ਕਰ ਸਕਦੇ ਆ, ਬੈਕਅਪ ਕਰ ਸਕਦੇ ਆ, ਸਟੋਰੇਜ ਕਰ ਸਕਦੇ ਆ। ਆਲ ਆਫ ਥੀਸ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ ਕਿਉਂਕਿ ਇਹ ਬੈਕਅਪ ਕਰਨ ਦੇ ਕੰਮ ਵੀ ਆਉਂਦਾ ਹੈ, ਸਟੋਰੇਜ ਕਰਨ ਦੇ ਕੰਮ ਵੀ ਆਉਂਦਾ ਹੁੰਦਾ ਹੈ। ਤਾਂ ਦੈਟਸ ਵਾਈ ਡੀ ਆਪਸ਼ਨ ਆਲ ਆਫ ਥੀਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, ਰੈਮ ਇਜ਼ ਅ ਪਾਰਟ ਆਫ। ਦੇਖੋ ਯੂ ਨੋ ਵੈਰੀ ਵੈਲ ਜਿਹੜਾ ਰੈਮ ਹੈ ਬੇਸਿਕਲੀ ਉਹ CPU ਨਾਲ ਹੀ ਵਰਕ ਕਰਦਾ ਕਿਉਂਕਿ ਮੇਨ ਮੈਮਰੀ ਹੈਗੀ ਹੈ ਜਿਸ ਨੂੰ ਆਪਾਂ ਨੇ ਪ੍ਰਾਇਮਰੀ ਮੈਮਰੀ ਕਿਹਾ ਸੀ। ਦੈਟਸ ਵਾਈ ਇਹ ਕਿਹਦਾ ਪਾਰਟ ਹੈ, ਇਹ ਸਿਸਟਮ ਯੂਨਿਟ ਦਾ ਹੀ ਪਾਰਟ ਹੈ, ਇਹ ਸਿਸਟਮ ਦੇ ਇਨਸਾਈਡ ਹੀ ਹੁੰਦਾ ਹੈ ਕਿਉਂਕਿ ਇਹ ਸਿਸਟਮ ਯੂਨਿਟ ਦਾ ਹੀ ਪਾਰਟ ਰਹੂਗਾ ਰੈਮ। ਓਕੇ, ਨੈਕਸਟ, any data or instruction entered into the memory of a computer is considered as। ਤਾਂ ਜਿਹੜੀ ਵੀ ਆਪਾਂ ਡਾਟਾ ਜਾਂ ਇੰਸਟਰਕਸ਼ਨ ਐਂਟਰ ਕਰਦੇ ਆ ਮੈਮਰੀ ਦੇ ਵਿੱਚ ਬੇਸਿਕਲੀ, ਤਾਂ ਉਸ ਨੂੰ ਆਪਾਂ ਕੀ ਕੰਸੀਡਰ ਕਰਦੇ ਆ, ਤਾਂ ਸਟੋਰੇਜ ਕੰਸੀਡਰ ਕਰਦੇ ਆ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਤਾਂ ਇਹ ਆਪਸ਼ਨ ਸਟੋਰੇਜ, ਕਿਉਂਕਿ ਡਾਟਾ ਮੈਮਰੀ ਵਿੱਚ ਜਾਊਗਾ ਤਾਂ ਸਟੋਰ ਹੀ ਹੋਊਗਾ, ਤਾਂ ਦੈਟ ਇਜ਼ ਕਾਲਡ ਸਟੋਰੇਜ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, in order to play and hear sound on a computer one needs। ਜੇਕਰ ਆਪਾਂ ਨੇ ਪਲੇ ਕਰਨਾ ਹੈ ਤੇ ਆਪਣੇ ਹੀਅਰ ਕਰਨੀ ਹੈ ਸਾਊਂਡ ਕੰਪਿਊਟਰ ਦੇ ਵਿੱਚ, ਤਾਂ ਆਪਾਂ ਨੂੰ ਬੇਟਾ ਇੱਕ ਸਾਊਂਡ ਕਾਰਡ ਚਾਹੀਦੇ ਹੋਣਗੇ ਤਾਂ ਸਪੀਕਰ ਚਾਹੀਦੇ ਹੋਣਗੇ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਸਾਊਂਡ ਕਾਰਡ ਤੇ ਸਪੀਕਰ ਚਾਹੀਦੇ ਹੁੰਦੇ ਨੇ ਆਪਾਂ ਨੂੰ ਇੱਕ ਸਾਊਂਡ ਸੁਣਨ ਦੇ ਲਈ। ਓਕੇ, ਤਾਂ 58 ਕੁਐਸਚਨ ਆਪਣੇ ਡਿਸਕਸ ਹੋ ਗਏ। ਨੈਕਸਟ ਦੇਖੋ, which of the following are the cheapest memory device in terms of cost per bit। ਤਾਂ ਸਭ ਤੋਂ ਚੀਪੈਸਟ ਵੀ ਡਾਟਾ ਵੀ ਸਟੋਰ ਕਰ ਰਿਹਾ ਤੇ ਹੈਗਾ ਵੀ ਬਹੁਤ ਸਸਤਾ ਹੈ, ਤਾਂ ਦੈਟ ਇਜ਼ ਦਾ ਕੰਪੈਕਟ ਡਿਸਕ। ਤਾਂ CD ਜਿਵੇਂ ਤੁਸੀਂ ਪਹਿਲਾਂ ਜੇ ਤੁਸੀਂ ਕਦੇ ਪਰਚੇਜ਼ ਕੀਤੀ ਹੋਊਗੀ 10-15 ਰੁਪਏ ਦੀ CD ਆ ਜਾਂਦੀ ਸੀਗੀ, ਸਭ ਤੋਂ ਚੀਪੈਸਟ ਸੋਰਸ ਹੈਗਾ ਡਾਟੇ ਨੂੰ ਸਟੋਰ ਕਰਨ ਦੇ ਲਈ। ਤਾਂ C ਆਪਸ਼ਨ ਕੰਪੈਕਟ ਡਿਸਕ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, in a computer dash is capable to store single binary bit। ਤਾਂ ਜੇ ਇੱਕ ਬਿਟ ਨੂੰ ਤੁਸੀਂ ਡਾਟੇ ਨੂੰ ਸਟੋਰ ਕਰਨਾ ਹੋਵੇ ਤਾਂ ਆਪਾਂ ਫਲਿਪ ਫਲੌਪ ਦਾ ਯੂਜ਼ ਕਰਦੇ ਹੁੰਦੇ ਆ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਇੱਕ ਬਿਟ ਡਾਟਾ ਫਲਿਪ ਫਲੌਪ ਦੇ ਵਿੱਚ ਹੀ ਸਟੋਰ ਹੁੰਦਾ ਇੱਕ ਫਲਿਪ ਫਲੌਪ ਇੱਕ ਬਿਟ ਡਾਟੇ ਨੂੰ ਸਟੋਰ ਕਰ ਲੈਂਦਾ ਹੁੰਦਾ। ਓਕੇ, ਨੈਕਸਟ, which technology is used in compact disk। ਤਾਂ ਬੇਸਿਕਲੀ ਜਿਹੜੀ ਕੰਪੈਕਟ ਡਿਸਕ ਹੁੰਦੀ ਹੈ, ਤਾਂ ਕੰਪੈਕਟ ਡਿਸਕ ਜਿਹੜੀ ਹੁੰਦੀ ਹੈ ਬੇਸਿਕਲੀ ਉਹ ਕੀ ਹੁੰਦੀ ਹੈ, ਇੱਕ ਆਪਟੀਕਲ ਡਿਵਾਈਸ ਹੁੰਦੀਆਂ ਨੇ। ਤਾਂ ਦੈਟਸ ਵਾਈ ਇਸ ਨੂੰ ਆਪਾਂ ਲੇਜ਼ਰ ਦੇ ਨਾਲ ਡੀਲ ਕਰਾਂਗੇ। ਓਕੇ, ਤਾਂ ਡੀ ਆਪਸ਼ਨ ਲੇਜ਼ਰ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, which of the following have the fastest access time। ਤਾਂ ਉਹ ਕਿਹੜੀ ਮੈਮਰੀਜ਼ ਨੇ
ਜਿਸ ਦੇ ਵਿੱਚ ਡਾਟਾ ਬਹੁਤ ਤੇਜ਼ੀ ਦੇ ਨਾਲ ਸਟੋਰ ਵੀ ਹੋ ਜਾਂਦਾ ਹੁੰਦਾ ਤੇ ਉਸ ਤੋਂ ਆਪਾਂ ਡਾਟਾ ਆਪਾਂ ਰੀਡ ਵੀ ਕਰ ਲੈਂਦੇ ਹਾਂ, ਅਸੈਸ ਟਾਈਮ ਫਾਸਟ ਹੁੰਦਾ ਹੈ। ਤਾਂ ਉਹ ਆਪਣੇ ਸੈਮੀ ਕੰਡਕਟਰ ਮੈਮਰੀਜ਼ ਹੁੰਦੀਆਂ ਨੇ, ਜਿਵੇਂ ਕੈਸ਼ ਹੁੰਦੀ ਹੈ ਤੇ ਆਪਣੀ ਰੈਮ ਹੁੰਦੀ ਹੈ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, ਵਿਚ ਇਜ਼ ਆ ਸੈਮੀ ਕੰਡਕਟਰ ਮੈਮਰੀ। ਤਾਂ ਸੈਮੀ ਕੰਡਕਟਰ ਮੈਮਰੀ ਬੇਸਿਕਲੀ ਡਾਇਨਾਮਿਕ ਹੁੰਦੀ ਹੈ ਤੇ ਇੱਕ ਸਟੈਟਿਕ ਹੁੰਦੀ ਹੈ। ਤਾਂ ਇਹ ਦੋਹੇ ਕੀ ਹੁੰਦੀਆਂ ਨੇ, ਡਾਇਨਾਮਿਕ ਰੈਮ ਤੇ ਸਟੈਟਿਕ ਰੈਮ, ਇਹ ਬੇਸਿਕਲੀ ਸੈਮੀ ਕੰਡਕਟਰ ਮੈਮਰੀਜ਼ ਹੀ ਹੈਗੀਆਂ ਨੇ। ਤਾਂ ਬੋਥ A B ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਤਾਂ D ਆਪਸ਼ਨ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ। ਨੈਕਸਟ, which of the following storage devices can store maximum amount of data। ਸਭ ਤੋਂ ਜ਼ਿਆਦਾ ਜਿਹੜਾ ਇਹ ਆਪਸ਼ਨ ਗਿਵਨ ਨੇ, ਦੇਖੋ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਜੇ ਡਾਟਾ ਸਟੋਰ ਕਰ ਸਕਦਾ ਤਾਂ ਆਪਾਂ ਹਾਰਡ ਡਿਸਕ ਦੇ ਵਿੱਚ ਕਰ ਸਕਦੇ ਆ। ਮੈਂ ਬਾਰ-ਬਾਰ ਕਹਿ ਰਿਹਾ ਇਹ ਵਾਲਾ ਜਿਹੜਾ ਕੁਐਸਚਨ ਹੈ ਡਿਪੈਂਡ ਔਨ ਦੀ ਆਪਸ਼ਨਸ। ਤਾਂ ਆਪਸ਼ਨ ਨੂੰ ਦੇਖੋ, ਜਿਹੜਾ ਜੇ ਮੈਗਨੈਟਿਕ ਟੇਪ ਪਿਆ ਹੁੰਦਾ ਤਾਂ ਆਪਾਂ ਟਿਕ ਉਹਤੇ ਲਾਵਾਂਗੇ, ਨਹੀਂ ਆਪਣੇ ਕੋਲ ਹਾਰਡ ਡਿਸਕ ਅਵੇਲੇਬਲ ਹੈ ਤਾਂ ਹਾਰਡ ਡਿਸਕ ਦੇ ਉੱਤੇ ਆਪਾਂ ਟਿਕ ਲਗਾ ਰਹੇ ਹਾਂ। ਓਕੇ, ਨੈਕਸਟ, the programs which are as permanent as hardware and stored in ROM is known as। ਤਾਂ ਜਿਹੜੇ ਪ੍ਰੋਗਰਾਮ ਬਿਲਕੁਲ ਪਰਮਾਨੈਂਟ ਸਟੋਰ ਹੋਏ ਪਏ ਨੇ ਰੋਮ ਦੇ ਵਿੱਚ ਤਾਂ ਉਸ ਨੂੰ ਆਪਾਂ ਫਰਮਵੇਅਰ ਕਹਿੰਦੇ ਹੁੰਦੇ ਆ। ਤਾਂ C ਆਪਸ਼ਨ ਦੇ ਤੁਸੀਂ ਟਿਕ ਲਾ ਦੋਗੇ। ਫਰਮਵੇਅਰ ਹੁੰਦੇ ਨੇ ਜਿਹੜੇ ਪ੍ਰੋਗਰਾਮ ਰੋਮ ਦੇ ਵਿੱਚ ਸਟੋਰ ਕੀਤੇ ਹੁੰਦੇ ਨੇ, ਜਿਸ ਨੂੰ ਤੁਸੀਂ ਰੀਡ ਓਨਲੀ ਮੈਮਰੀ ਕਹਿੰਦੇ ਹੁੰਦੇ ਹੋ। ਠੀਕ ਹੈ, ਨੈਕਸਟ, ਪ੍ਰਾਇਮਰੀ ਮੈਮਰੀ ਸਟੋਰਸ। ਤਾਂ ਪ੍ਰਾਇਮਰੀ ਮੈਮਰੀ ਕੀ ਸਟੋਰ ਕਰ ਸਕਦੇ, ਦੇਖੋ ਡਾਟੇ ਨੂੰ ਵੀ ਸਟੋਰ ਕਰ ਸਕਦੀ ਹੈਗੀ ਆ, ਪ੍ਰੋਗਰਾਮਸ ਨੂੰ ਵੀ, ਰਿਜ਼ਲਟ ਨੂੰ ਵੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਟੋਰ ਕਰ ਸਕਦੇ, ਦੈਟਸ ਵਾਈ ਆਲ ਆਫ ਥੀਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ D ਆਪਸ਼ਨ ਦੇ ਉੱਤੇ। ਨੈਕਸਟ, ਵਟ ਡਜ਼ DMA ਸਟੈਂਡ। ਤਾਂ DMA ਦੀ ਫੁੱਲ ਫਾਰਮ ਆਸ ਕਰ ਰਿਹਾ ਬੇਸਿਕਲੀ। ਤਾਂ DMA ਜਿਹੜਾ ਹੁੰਦਾ ਇਹ ਇੱਕ ਡਾਇਰੈਕਟ ਆਪਣਾ ਮੈਮਰੀ ਅਸੈਸ ਹੁੰਦਾ ਹੈ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ, ਡਾਇਰੈਕਟ ਮੈਮਰੀ ਅਸੈਸ। ਤਾਂ ਇਹ DMA ਹੈ। ਓਕੇ, ਨੈਕਸਟ, ਪ੍ਰਾਇਮਰੀ ਮੈਮਰੀ ਸਟੋਰੇਜ। ਇਹ ਕੁਐਸਚਨ ਰਿਪੀਟ ਹੋ ਗਿਆ, ਚਲੋ ਕੋਈ ਗੱਲ ਨਹੀਂ। ਤਾਂ ਡਾਟਾ ਐਲੋਨ, ਪ੍ਰੋਗਰਾਮ ਐਲੋਨ ਤੇ ਰਿਜ਼ਲਟ ਸਭ ਦੇ ਉੱਤੇ ਟਿਕ ਲਾ ਦਾਂਗੇ। ਤਾਂ D ਆਪਸ਼ਨ ਆਲ ਆਫ ਥੀਸ ਦੇ ਉੱਤੇ ਆਪਣਾ ਟਿਕ ਲੱਗ ਜਾਏਗਾ। ਨੈਕਸਟ, ਡੈਸ਼ ਹੈਜ਼ ਦੀ ਸ਼ਾਰਟੈਸਟ ਅਸੈਸ ਟਾਈਮ। ਤਾਂ ਇਹਨਾਂ ਸਭ ਦੇ ਵਿੱਚੋਂ ਜਿਹੜਾ ਸਭ ਤੋਂ ਘੱਟ ਅਸੈਸ ਟਾਈਮ ਹੈਗਾ ਉਹ ਕੈਸ਼ ਮੈਮਰੀ ਦਾ ਹੈਗਾ। ਤਾਂ ਇਹ ਆਪਸ਼ਨ ਕੈਸ਼ ਮੈਮਰੀ ਦਾ ਸਭ ਤੋਂ ਲੀਸਟ ਅਸੈਸ ਟਾਈਮ ਹੁੰਦਾ ਹੈ। ਤਾਂ A ਦੇ ਉੱਤੇ ਆਪਾਂ ਟਿਕ ਲਗਾ ਦਾਂਗੇ। ਨੈਕਸਟ, ਪ੍ਰਾਇਮਰੀ ਸਟੋਰੇਜ ਇਜ਼ ਐਜ਼ ਕੰਪੇਅਰ ਟੂ ਸੈਕੰਡਰੀ ਸਟੋਰੇਜ। ਤਾਂ ਜਿਹੜੀ ਪ੍ਰਾਇਮਰੀ ਸਟੋਰੇਜ ਹੁੰਦੀ ਹੈ, ਯੂ ਨੋ ਵੈਰੀ ਵੈਲ, ਇੱਕ ਫਾਸਟ ਵੀ ਹੁੰਦੀ ਹੈ ਤੇ ਐਕਸਪੈਂਸਿਵ ਵੀ ਹੁੰਦੀ ਹੈ, ਬਹੁਤ ਮਹਿੰਗੀ ਹੁੰਦੀ ਹੈ। ਰੈਮ ਮਹਿੰਗੀ ਹੁੰਦੀ ਆ, ਹਾਰਡ ਡਿਸਕ ਮਹਿੰਗੀ ਕਦੇ ਨਹੀਂ ਹੁੰਦੀ ਹੈਗੀ। ਦੈਟਸ ਵਾਈ ਆਪਣਾ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਫਾਸਟ ਐਂਡ ਐਕਸਪੈਂਸਿਵ। ਓਕੇ, ਤਾਂ ਇਸ ਦੇ ਨਾਲ ਅੱਜ ਦਾ ਆਪਣਾ ਪਾਰਟ ਖਤਮ ਹੋ ਗਿਆ। ਪਾਰਟ 2 ਆਪਣੇ ਕੰਪਲੀਟ ਹੋ ਚੁੱਕੇ ਨੇ। ਤਾਂ ਜੇਕਰ ਤੁਸੀਂ ਹਾਲੇ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਤਾਂ ਆਪਣੇ WhatsApp ਗਰੁੱਪਸ ਦੇ ਵਿੱਚ ਜਿੰਨੇ ਵੀ ਗਰੁੱਪਸ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੇਟਾ, ਵੀ ਤਾਂ ਜੋ ਇੱਕ ਅੱਛੀ ਵੀਡੀਓ, ਇੱਕ ਅੱਛਾ ਡਾਟਾ ਬੱਚਾ ਲਵੇ ਪਹੁੰਚ ਸਕੇ। ਨੋਟਸ ਬਣਾਓ ਬੱਚਾ, ਵੀ ਤਾਂ ਜੋ ਤੁਸੀਂ ਇੱਕ ਆਉਣ ਵਾਲੇ ਐਗਜ਼ਾਮਾਂ ਦੇ ਵਿੱਚ ਤੁਸੀਂ ਇੱਕ ਬਹੁਤ ਅੱਛਾ ਪਰਫਾਰਮ ਕਰ ਸਕੋਗੇ। ਠੀਕ ਹੈ, ਤਾਂ ਥੈਂਕ ਯੂ ਐਵਰੀਵਨ।